ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰੈ, ਕਬਹੂ ਨਾ ਛਾਡੈ ਖੇਤ। ਗੁਰੂ ਸਰੂਪ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਇਸ ਨਾਮ ਅਭਿਆਸੀ ਗੁਰਸਿੱਖਾਂ ਦੇ ਗਰੁੱਪ ਦੇ ਵਿੱਚ ਆਪ ਜੀ ਜਾਣਦੇ ਹੋ ਕਿ ਆਪਾਂ ਇੱਕ ਤਰਤੀਬ ਬਣਾਉਣ ਵਾਸਤੇ ਔਰ ਗੁਰਬਾਣੀ ਦੇ ਵਿਚਾਰ ਦੀ ਸਾਂਝ ਆਪਸ ਵਿੱਚ ਕਰਨ ਵਾਸਤੇ ਇਹ ਗਰੁੱਪ ਬਣਾਇਆ ਹੈ ਕਿ ਇੰਟਰਨੈੱਟ ਮੀਡੀਆ ਜਿਹੜਾ ਹੈ, ਜੋ ਅੱਜ ਦੇ ਯੁੱਗ ਦੇ ਵਿੱਚ ਬੜਾ ਪ੍ਰਚਲਿਤ ਹੈ, ਔਰ ਇਸ ਸਮੇਂ ਦੇ ਵਿੱਚ ਜਦੋਂ ਸਾਰੇ ਪਾਸੇ ਦੀਵਾਨ ਬੰਦ ਹਨ ਜਾਂ ਹੋਰ ਵੀ ਆਉਣ ਜਾਣ ਦੇ ਉੱਤੇ ਰੁਕਾਵਟ ਹੈ, ਵੈਸੇ ਵੀ ਇੱਕ ਤਰਤੀਬ ਦੇਣ ਵਾਸਤੇ ਗੁਰਸਿੱਖਾਂ ਨੂੰ ਆਪਸ ਵਿੱਚ ਇਕੱਠਾ ਲਿੰਕ ਵਿੱਚ ਲਿਆਉਣ ਵਾਸਤੇ, ਜੋ ਬੜਾ ਜ਼ਰੂਰੀ ਹੈ, ਜਿਸ ਨੂੰ ਮਹਾਰਾਜ ਨੇ ਸੰਗਤ ਕਿਹਾ ਹੈ। ਸੰਗਤ, ਸੰਗ, ਇੱਕ ਦੂਜੇ ਦੇ ਸੰਗ ਦੇ ਵਿੱਚ ਜਿਵੇਂ ਦੀ ਆਪਾਂ ਸੰਗਤ ਕਰਨੇ ਆ ਉਵੇਂ ਦਾ ਰੰਗ ਚੜ੍ਹਦਾ ਹੈ ਮਨ ਨੂੰ। ਤਾਂ ਉਹਦੇ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ ਵੀ ਇੱਕ ਪੰਕਤੀ ਦੀ ਵਿਚਾਰ ਆਪਾਂ ਜਪਜੀ ਸਾਹਿਬ ਦੀ ਕਰਾਂਗੇ, ਜੋ 20 ਪੌੜੀਆਂ ਦੇ ਕਰੀਬ ਹੋ ਚੁੱਕੀ ਹੈ। ਵਿੱਚ ਵਿੱਚ ਗੈਪ ਵੀ ਪੈਂਦਾ ਹੈ, ਕਈ ਵਾਰੀ ਕੰਮ ਇਸ ਤਰ੍ਹਾਂ ਦੇ ਹੋ ਜਾਂਦੇ ਨੇ, ਕਈ ਵਾਰੀ ਸਮਾਂ ਨਹੀਂ ਲੱਗਦਾ, ਜਾਂ ਜਿੰਨਾ ਵੀ ਹੁੰਦਾ ਆਪ ਜੀ ਨੇ ਪ੍ਰਵਾਨ ਕਰਨਾ। ਉਮੀਦ ਹੈ ਆਪ ਜੀ ਸੁਣਦੇ ਹੋਵੋਗੇ ਔਰ ਆਪ ਜੀ ਨੂੰ ਇਹਦਾ ਲਾਭ ਵੀ ਹੁੰਦਾ ਹੋਵੇਗਾ। ਔਰ ਇਹ ਜੋ ਮਹੀਨੇ ਬਾਅਦ ਤੁਸੀਂ ਹਾਜ਼ਰੀ ਲਵਾਉਂਦੇ ਹੋ, ਇਹਦਾ ਇੱਕ ਹੋਰ ਵੀ ਮਕਸਦ ਹੈ ਕਿ ਸਾਡੇ ਮਾਇੰਡ ਦੇ ਵਿੱਚ ਕਿਸੇ ਵੀ ਚੀਜ਼ ਦਾ, ਦਿਮਾਗ ਦੇ ਵਿੱਚ ਅੰਦਰ ਨਕਸ਼ਾ ਬਣਦਾ ਇੱਕ ਤਰ੍ਹਾਂ ਦੇ ਨਾਲ। ਜਿਵੇਂ ਸਾਡੇ ਦਿਮਾਗ ਦੇ ਵਿੱਚ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਦਾ ਨਕਸ਼ਾ ਬਣਿਆ ਹੋਇਆ, ਉਹ ਪੱਕੇ ਹਰ ਇੱਕ ਬੱਚੇ ਤੋਂ ਲੈ ਕੇ ਸਾਰਿਆਂ ਨੂੰ ਪਤਾ ਹੈ। ਪਰ ਜਿਹੜਾ ਅਸੀਂ ਹਰ ਇੱਕ ਕੌਮ ਦਾ ਇੱਕ ਆਪਣਾ ਕੈਲੰਡਰ ਚਾਹੀਦਾ ਹੈ, ਜਿਹਨੂੰ ਅਸੀਂ ਨਾਨਕਸ਼ਾਹੀ ਕੈਲੰਡਰ ਕਹਿੰਦੇ ਹਾਂ, ਕਿ ਸਾਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਖੇਤਰੀ, ਸਾਡੇ ਪੰਜਾਬ ਦਾ ਮਹੀਨਿਆਂ ਦਾ ਕੀ ਤਰਤੀਬ ਕੀ ਹੈ, ਉਹਨੂੰ ਉਜਾਗਰ ਕਰਨ ਵਾਸਤੇ ਆਪਣੇ ਜਿਹੜੇ ਦੇਸੀ ਮਹੀਨੇ ਕਹਿ ਲਈਏ, ਇਹ ਸ਼ਬਦ ਵਰਤਣਾ ਪੈਂਦਾ ਦੇਸੀ, ਵੈਸੇ ਹੌਲੀ ਹੌਲੀ ਇਹ ਜਦੋਂ ਆਪਾਂ ਇਹਨਾਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਤਾਂ ਸਾਨੂੰ ਇਹ ਚੰਗੇ ਲੱਗਣਗੇ। ਸੋ ਇੱਕ ਵੱਖਰਾ ਜਿਹੜਾ ਕੈਲੰਡਰ ਹੈ, ਇੱਕ ਵੱਖਰੀਆਂ ਤਰੀਕਾਂ, ਵੱਖਰੇ ਮਹੀਨੇ ਦੀ ਹੋਂਦ ਨੂੰ ਮਨ ਦੇ ਵਿੱਚ ਟਿਕਾਉਣ ਵਾਸਤੇ, ਨਕਸ਼ਾ ਬਣਾਉਣ ਵਾਸਤੇ ਵੀ ਇਹ ਉਪਰਾਲਾ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਇਹ ਵੀ ਜਿਹੜੇ ਮਹੀਨੇ ਹਨ, ਜਿਹੜੇ ਇਹ ਮੁੱਖ ਸਾਡੇ, ਸਾਨੂੰ ਪਤਾ ਹੋਣਾ ਚਾਹੀਦਾ। ਸਾਡੇ ਅੱਗੋਂ ਬੱਚਿਆਂ ਨੂੰ ਵੀ ਅਸੀਂ ਦੱਸ ਸਕਦੇ ਹਾਂ ਕਿ ਅੱਜ 1 ਜੇਠ ਹੈ, 2 ਜੇਠ ਹੈ, ਅੱਜ 13 ਹੈ। ਕਿਉਂਕਿ ਕਈ ਵਾਰੀ ਮੈਂ ਵੇਖਦਾ ਕਿ ਕਈ ਵਾਰੀ ਆਪਣਾ 1 ਮਈ ਆਉਂਦੀ, ਜਾਂ 1 ਜੂਨ ਆਉਂਦੀ ਹੈ, ਜਾਂ 1 ਅਪ੍ਰੈਲ ਆਉਂਦੀ ਹੈ, ਤਾਂ ਕਈ ਸਿੰਘ ਉਦੋਂ ਹਾਜ਼ਰੀ ਲਵਾਉਣ ਲੱਗ ਪੈਂਦੇ, ਕਿਉਂਕਿ ਆਦਤ ਪਈ ਹੋਈ ਹੈ। ਤਾਂ ਉਹਦੇ ਵਿੱਚੋਂ ਕੱਢਣ ਵਾਸਤੇ ਇਹ ਬਣਾਇਆ ਗਿਆ ਕਿ 13 ਜੇਠ ਨਾਲ ਆਪਣੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ, ਜੋ ਆਪਾਂ ਸਾਡਾ ਜਿਹੜੀ ਇੱਕ ਛੋਟਾ ਜਿਹਾ ਸਿਸਟਮ ਬਣਾਇਆ ਸੀ ਜਥਾ, ਉਹ ਮਿਸ਼ਨ ਪੈਗਾਮੇ ਸ਼ਬਦ ਗੁਰੂ ਤੋਂ ਬਣਿਆ ਸੀ। ਤਾਂ ਉਹ ਸਾਡਾ ਮੁੱਖ ਮੰਤਵ ਜਿਹੜਾ ਪਹਿਲਾਂ ਸ਼ਬਦ ਦਾ ਗਿਆਨ ਹੈ, ਗੁਰਬਾਣੀ ਦਾ ਗਿਆਨ ਹੈ, ਉਹਦਾ ਪ੍ਰਸਾਰ ਕਰਨਾ ਹੈ।
ਔਰ ਦੂਜਾ ਜਿਹੜਾ ਸੰਕਲਪ ਹੈ ਉਹ ਸ਼ਹੀਦਾਂ ਦਾ ਸੰਕਲਪ ਹੈ, ਜੋ ਸਾਹਿਬਜ਼ਾਦਿਆਂ ਦੇ ਨਾਲ ਜੁੜਦਾ ਹੈ। ਸ਼ਹੀਦ ਬੜੇ ਹੋਏ ਹਨ ਕੌਮ ਦੇ ਵਿੱਚ, ਪਰ ਸਾਹਿਬਜ਼ਾਦਿਆਂ ਨੂੰ ਸ਼ਹੀਦਾਂ ਦੇ ਜਥੇਦਾਰ ਮੰਨਿਆ ਗਿਆ ਹੈ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਸ਼ਹਾਦਤ ਦੀ ਹੱਦ ਕੀਤੀ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਸ਼ਹਾਦਤ ਦਿੱਤੀ ਹੈ। ਔਰ ਆਪਾਂ ਉਹਨਾਂ ਨੂੰ ਗੁਰੂ ਕੇ ਲਾਲ ਹੋਣ ਕਰਕੇ ਵੀ ਸਤਿਕਾਰ ਵੀ ਦਿੰਦੇ ਹਾਂ, ਔਰ ਉਹਨਾਂ ਦੀ ਸ਼ਹੀਦਾਂ ਦਾ ਇੱਕ ਸੰਕਲਪ ਵੀ ਹੈ। ਵੇਖੋ, ਕੋਈ ਵੀ ਕੌਮ ਹੈ ਉਹਦੇ ਵਿੱਚ ਦੋ ਪੱਖ ਹੁੰਦੇ। ਸਿੱਖੀ ਦੇ ਦੋ ਪੱਖ ਹਨ, ਇੱਕ ਗਿਆਨ ਸ਼ਬਦ ਦਾ ਸੰਕਲਪ ਹੈ ਅਤੇ ਇੱਕ ਪਾਵਰ ਸ਼ਹੀਦਾਂ ਦਾ ਸੰਕਲਪ ਹੈ। ਪਾਵਰ ਗਿਆਨ ਦੇ ਵਿੱਚ ਵੀ ਹੈ, ਪਾਵਰ ਗੁਰਬਾਣੀ ਦੇ ਵਿੱਚ ਹੀ ਹੈ। ਗੁਰਬਾਣੀ ਨੇ ਹੀ ਜਿਹੜਾ ਹੈ ਪਾਵਰ ਪੈਦਾ ਕਰਨੀ ਹੈ, ਪਰ ਜਿਨ੍ਹਾਂ ਨੇ ਗੁਰਬਾਣੀ ਦਾ ਅਭਿਆਸ ਕਰਕੇ ਸ਼ਹਾਦਤਾਂ ਦਿੱਤੀਆਂ ਹਨ ਉਹਨਾਂ ਨੂੰ ਫਿਰ ਸਾਡੇ ਵਿੱਚ ਸ਼ਹੀਦ ਮੰਨਿਆ ਜਾਂਦਾ। ਔਰ ਸ਼ਹੀਦ ਸ਼ਬਦ ਦਾ ਅਰਥ ਹੀ ਇਹ ਹੁੰਦਾ ਕਿ ਜੋ ਕਦੀ ਮਰੇ ਨਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸ਼ਹੀਦ ਹੋਣ ਦਾ ਮਤਲਬ ਹੈ ਕਿ ਜ਼ਿੰਦਗੀ ਦਾ ਖਾਤਮਾ ਹੋ ਗਿਆ, ਪਰ ਸ਼ਹੀਦ ਇੱਕ ਸਪੈਸ਼ਲ ਅਹੁਦਾ ਹੈ, ਉਹਦੀ ਸਪੈਸ਼ਲ ਅਥਾਰਟੀ ਅਤੇ ਪਾਵਰ ਹੁੰਦੀ ਹੈ। ਜਿਨ੍ਹਾਂ ਨੂੰ ਜਿਹੜੇ ਮਹਾਂਪੁਰਸ਼ ਗੁਰੂ ਕੇ ਪਿਆਰੇ ਕਮਾਈ ਕਰਦੇ ਆ ਸ਼ਬਦ ਦੀ, ਨਾਮ ਦੀ, ਉਹਨਾਂ ਨੂੰ ਇਸ ਜਿਹੜੇ ਸ਼ਹੀਦਾਂ ਦੀ ਜਿਹੜੀ ਗੁਰੂ ਸਾਹਿਬ ਦੀ ਇੱਕ ਪੂਰੀ ਕਹਿ ਲਓ ਕਿ ਬਣਤਰ ਹੈ ਇੱਕ ਪੰਥ ਨੂੰ ਚਲਾਉਣ ਵਾਸਤੇ, ਉਹਦਾ ਪਤਾ ਹੁੰਦਾ ਹੈ। ਕਈ ਥਾਵਾਂ ਤੁਸੀਂ ਸੁਣਿਆ ਹੋਵੇਗਾ ਕਿ ਫਲਾਣੇ ਥਾਵਾਂ 'ਤੇ ਸ਼ਹੀਦਾਂ ਨੇ ਇਹ ਕੰਮ ਕਰ ਦਿੱਤਾ, ਜਾਂ ਸਿੰਘਾਂ ਦੀ ਇਮਦਾਦ ਕੀਤੀ, ਜਾਂ ਫਲਾਣੇ ਸਿੰਘ ਦੀ ਇਮਦਾਦ ਕੀਤੀ। ਉਹ ਸੱਚ ਹੁੰਦਾ, ਪਰ ਇਹਦਾ ਜ਼ਿਆਦਾ ਪ੍ਰਚਾਰ ਤਾਂ ਨਹੀਂ ਕਰੀਦਾ ਕਿ ਕਈ ਲੋਕ ਫਿਰ ਇਹਦਾ ਓਟ ਆਸਰਾ ਲੈ ਕੇ ਆਪਣਾ ਉਹ ਡੰਬ ਚਲਾਉਣਾ ਸ਼ੁਰੂ ਕਰ ਦਿੰਦੇ ਪਿੰਡਾਂ ਦੇ ਵਿੱਚ। ਕਿਤੇ ਕੋਈ ਥੋੜ੍ਹਾ ਜਿਹਾ ਲਾ ਕੇ ਥਾਂ ਬਣਾ ਕੇ ਤਾਂ ਉੱਥੇ ਬਹਿ ਜਾਣਗੇ ਵੀ ਇਹ ਸ਼ਹੀਦਾਂ ਦਾ ਥਾਂ ਹੈ। ਸੋ ਇਹ ਵੀ ਸੁਚੇਤ ਰਹਿਣਾ। ਸਾਡੇ ਜਿਹੜੇ ਸ਼ਹੀਦਾਂ ਦਾ ਸੰਕਲਪ ਹੈ ਉਹ ਗਿਆਨ ਨਾਲ, ਗੁਰਬਾਣੀ ਨਾਲ ਸੰਬੰਧਿਤ ਹੈ। ਸਾਹਿਬਜ਼ਾਦਿਆਂ ਦਾ ਜਿਹੜਾ ਜਿੰਨੇ ਵੀ ਸ਼ਹੀਦ ਹੋਏ ਹਨ, ਹਾਂ, ਉਸ ਸੰਕਲਪ ਨੂੰ ਨਕਾਰਿਆ ਨਹੀਂ ਜਾ ਸਕਦਾ, ਭਾਵੇਂ ਕਿ ਕੁਝ ਜਿਹੜੇ ਅਣਜਾਣ ਲੋਕ ਹਨ ਉਹ ਗਿਆਨ ਇਸ ਤਰ੍ਹਾਂ ਦਾ ਉਹਨਾਂ ਨੂੰ ਮਿਲ ਜਾਂਦਾ ਕਈ ਅਦਾਰਿਆਂ ਦੇ ਵਿੱਚੋਂ ਕਿ ਉਹ ਇਹ ਮੰਨਦੇ ਨਹੀਂ ਕਿ ਸ਼ਹੀਦਾਂ ਦੀ ਕੋਈ ਪਾਵਰ ਹੁੰਦੀ ਹੈ, ਜਾਂ ਉਹਨਾਂ ਦੇ ਸਥਾਨਾਂ ਨੂੰ ਮੰਨਣ ਵਾਲਿਆਂ ਨੂੰ ਕਹਿੰਦੇ ਵੀ ਇਹ ਸ਼ਕਤੀ ਦੀ ਪੂਜਾ ਕਰਦੇ। ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸ਼ਕਤੀ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਭਗਤੀ ਤੋਂ ਬਿਨਾਂ ਸ਼ਕਤੀ ਜਿਹੜੀ ਹੈ, ਇਹ ਦੋਵਾਂ ਦਾ ਆਪਸ ਵਿੱਚ ਸੁਮੇਲ ਹੈ, ਭਗਤੀ ਅਤੇ ਸ਼ਕਤੀ ਦਾ, ਸੰਤ ਅਤੇ ਸਿਪਾਹੀ ਦਾ। ਸੋ ਇਸ ਕਰਕੇ ਦੋਵਾਂ ਦਾ ਆਪਾਂ ਸੁਮੇਲ ਹੀ ਕਰਨ ਦੀ ਕੋਸ਼ਿਸ਼ ਜਿੰਨੀ ਕੁ ਮਹਾਰਾਜ ਕਰਾਉਣਗੇ ਕੀਤੀ ਹੈ, ਕਿ ਗੁਰਬਾਣੀ ਦਾ ਗਿਆਨ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ, ਅਤੇ ਉਹਨਾਂ ਦੇ ਨੂੰ ਯਾਦ ਕਰਨ ਦੇ ਨਾਲ ਸਾਨੂੰ ਉਹਨਾਂ ਦੀ ਸਾਰੀ ਪਾਵਰ ਜਿਹੜੀ ਸ਼ਕਤੀ ਹੈ ਸਾਨੂੰ ਮਿਲਦੀ ਹੈ, ਸਾਨੂੰ ਸਹਾਈ ਹੁੰਦੇ ਹਨ, ਔਰ ਗੁਰਬਾਣੀ ਸਾਡੀ ਸਹਾਈ ਹੁੰਦੀ ਹੈ। ਸੋ ਅੱਜ ਤਾਂ ਇਹ ਮੈਂ ਥੋੜ੍ਹਾ ਜਿਹਾ ਸੋਚਿਆ ਕਿ ਮਨ ਕੀਤਾ ਕਿ ਕਈ ਦਿਨਾਂ ਤੋਂ ਕਥਾ ਵਿਚਾਰ ਵੀ ਨਹੀਂ ਹੋਈ ਸੰਗਤ ਦੇ ਵਿੱਚ, ਤਾਂ ਉਹ ਫਿਰ ਅੰਦਰ ਇੱਕ ਬਣ ਜਾਂਦਾ ਵੀ ਕਈ ਵਾਰੀ ਮਨ ਦੇ ਵਿੱਚ ਹੁੰਦਾ ਵੀ ਆਪਾਂ ਸੰਗਤ ਦਾ ਦਿੱਤਾ ਹੋਇਆ, ਗੁਰੂ ਦਾ ਦਿੱਤਾ ਹੋਇਆ ਛਕ ਛਕਾ ਰਹੇ ਹਾਂ, ਅਤੇ ਮਨ ਕਹਿੰਦਾ ਵੀ ਕੋਈ ਸੇਵਾ ਆਪਾਂ ਕਰੀਏ। ਤਾਂ ਹੁਣ ਥੋੜ੍ਹਾ ਜਿਹਾ ਅੱਗੇ ਜਾ ਕੇ ਆਪਾਂ ਯਤਨ ਕਰਾਂਗੇ ਕਿ ਸੈਮੀਨਾਰ ਵੀ ਹੋਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਕਈ ਵਾਰੀ ਸੰਗਤ ਵੱਲੋਂ ਕਿਹਾ ਵੀ ਜਾਂਦਾ ਕਿ ਸੈਮੀਨਾਰ ਕਰੋ, ਜਾਂ ਫੋਨ ਬਹੁਤ ਆਉਂਦੇ, ਸੰਗਤ ਗੱਲ ਕਰਨਾ ਚਾਹੁੰਦੀ ਹੈ, ਤਾਂ ਉਹ ਉਹਨਾਂ ਦੀ ਜਿਹੜੀ ਕਾਉਂਸਲਿੰਗ ਦੀ ਜਿਹੜੀ ਪ੍ਰਕਿਰਿਆ ਹੈ ਉਹ ਕਰਨ ਦਾ ਮਨ ਹੁੰਦਾ ਹੈ। ਚੰਗੀ ਚੀਜ਼ ਹੈ ਕਾਉਂਸਲਿੰਗ, ਸਿੰਘਾਂ ਨੂੰ ਕਰਨੀ ਚਾਹੀਦੀ, ਸੰਗਤ ਨੂੰ ਕਰਨੀ ਚਾਹੀਦੀ ਹੈ। ਤਾਂ ਉਹ ਤੁਸੀਂ ਕਰ ਸਕਦੇ ਹੋ। ਉਹ ਜਿਵੇਂ ਆਪਣਾ ਗਰੁੱਪ ਹੈ, ਇਹਦੇ ਵਿੱਚ ਜਿਵੇਂ ਮਹੀਨੇ ਬਾਅਦ ਤੁਸੀਂ ਫਤਿਹ ਬੁਲਾਉਂਦੇ ਹੋ, ਜੇ ਤੁਹਾਡਾ ਕੋਈ ਖਿਆਲ ਹੋਵੇ ਤਾਂ ਨਾਲ ਲਿਖ ਵੀ ਸਕਦੇ ਹੋ, ਜਾਂ ਬੋਲ ਕੇ ਵੀ ਤੁਸੀਂ ਪਾ ਸਕਦੇ ਹੋ। ਜਿੱਦਣ ਫਤਿਹ ਬੁਲਾਉਂਦੇ ਹੋ ਮਹੀਨੇ ਬਾਅਦ ਕੋਈ ਤੁਸੀਂ ਗੱਲ ਕਰਨੀ ਹੋਵੇ, ਆਪਣੇ ਵੱਲੋਂ ਕੋਈ ਵਿਚਾਰ ਦੇਣਾ ਹੋਵੇ, ਜਾਂ ਪੁੱਛਣਾ ਹੋਵੇ, ਜਾਂ ਗੱਲ ਕਰਨੀ ਹੋਵੇ, ਜਿੰਨਾ ਕੋਈ ਯਥਾਯੋਗ ਦਾਸ ਨੂੰ ਸੋਝੀ ਹੋਏਗੀ ਗੁਰੂ ਸਾਹਿਬ ਬਖਸ਼ਣਗੇ, ਉਹ ਆਪ ਜੀ ਦੀ ਸੇਵਾ 'ਚ ਇਹ ਹਾਜ਼ਰ ਹੋਵਾਂਗਾ। ਸੋ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਅੱਜ ਗੁਰਬਾਣੀ ਦੀ ਵਿਚਾਰ ਪੰਕਤੀ ਦੀ ਨਹੀਂ ਸੀ ਕੀਤੀ, ਮੈਂ ਸੋਚਿਆ ਵੀ ਇਹ ਵਿਚਾਰ ਕਰੀਏ। ਸੋ ਦੂਜੀ ਗੱਲ ਇਹ ਹੈ ਕਿ ਨਾਮ ਬੰਦਾ ਇਕੱਲਾ ਵੀ ਜਪ ਸਕਦਾ,
ਬਾਣੀ ਇਕੱਲਾ ਵੀ ਪੜ੍ਹ ਸਕਦਾ ਆਪਣੇ ਕਮਰੇ ਵਿੱਚ ਬੈਠ ਕੇ, ਨਾ ਕਿਸੇ ਨਾਲ ਬੋਲੇ ਨਾ ਗੱਲ ਕਰੇ ਆਪਣਾ। ਉਹਦੇ ਨਾਲ ਕਈ ਫਾਇਦੇ ਵੀ ਹਨ। ਇਕਾਂਤ ਵੀ ਇੱਕ ਬੜੀ ਚੰਗੀ ਚੀਜ਼ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਨਹੀਂ ਬਹਿਣਾ ਚਾਹੀਦਾ। ਇਕਾਂਤ ਦੇ ਵਿੱਚ ਬਹੁਤ ਸਾਰੇ ਫਾਇਦੇ ਹੁੰਦੇ ਹਨ। ਮਨ ਦਾ ਪਤਾ ਲੱਗਦਾ ਆਪਣਾ ਮਨ ਕਿੱਥੇ ਹੈ। ਮਨ ਦੇ ਵਿੱਚੋਂ ਇਕਾਂਤ ਦੇ ਵਿੱਚ ਹੀ ਕਈ ਵਿਚਾਰ ਜਿਹੜੇ ਬਹੁਤ ਜ਼ਿਆਦਾ ਉੱਭਰਦੇ ਨੇ, ਸਾਨੂੰ ਆਪਣੀ ਤਸਵੀਰ ਮਨ ਦੀ ਉਹਦਾ ਪਤਾ ਲੱਗਦਾ। ਪਰ ਸਾਡਾ ਇੱਕ ਫਰਜ਼ ਸੰਗਤੀ ਵੀ, ਜਿਹੜਾ ਮੈਂ ਪਹਿਲਾਂ ਗੱਲ ਕਰ ਚੁੱਕਾ ਵੀ, ਇਹ ਸਾਰਾ ਕੁਝ ਅਸੀਂ ਤਾਂ ਹੀ ਕਰਦੇ ਹਾਂ ਵੀ ਆਪਣਾ ਦਫ਼ਤਰ ਬਣਾਇਆ, ਜਾਂ ਜਿਹੜਾ ਦਫ਼ਤਰ ਬਣਾ ਕੇ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਤਾਂ ਉਹਦੇ ਵਿੱਚ ਜਿਹੜੇ ਅਸੀਂ ਸਾਧਨ ਬਣਾਏ ਹੋਏ ਨੇ ਵੀ ਹਰ ਰੋਜ਼ ਕਥਾ ਅਪਲੋਡ ਕਰਨੀ ਜਾਂ ਲੜੀਵਾਰ ਕਥਾ, ਉਹ ਸੰਪੂਰਨ ਹੋਈ ਹੈ। ਔਰ ਨਾਲ ਗੁਰਮੁਖ ਜੀਵਨ ਕੋਰਸ ਤਕਰੀਬਨ ਲਿਖਿਆ ਜਾ ਚੁੱਕਾ 3 ਸਾਲਾਂ ਦਾ। ਤੀਜੇ ਸਾਲ ਦਾ ਵੀ ਥੋੜ੍ਹਾ ਜਿਹਾ ਰਹਿ ਗਿਆ, ਉਹ ਵੀ ਅੱਗੇ ਲਿਖਿਆ ਜਾਏਗਾ। ਉਹ ਤੋਂ ਵੀ ਬਹੁਤ ਸਾਰੇ ਜਿਹੜੇ ਸਰੀਰ ਨੇ ਉਹ ਲਾਭ ਉਠਾ ਰਹੇ ਨੇ। ਅਤੇ ਤੀਸਰਾ, ਅਸੀਂ ਇਹ ਵੀ ਇੱਕ ਹੁਣ ਸ਼ੁਰੂ ਕੀਤਾ ਕਿ ਜਿਹੜੀ ਸਾਰੀ ਕਥਾ ਹੈ ਉਹ ਰੇਡੀਓ ਦੇ ਵਿੱਚ ਪਾ ਕੇ, ਛੋਟਾ ਇੱਕ ਰੇਡੀਓ ਹੁੰਦਾ ਛੋਟਾ ਜਿਹਾ, ਵੀ ਆਪਣੇ ਪਿੰਡ ਦੇ ਵਿੱਚ ਜੇ ਕੋਈ, ਉਹਨੂੰ ਅਸੀਂ ਪਾ ਕੇ ਦੇ ਦਿਆਂਗੇ, ਔਰ ਫ੍ਰੀ ਦੇ ਵਿੱਚ ਹੈ, ਕੋਈ ਸੇਵਾ ਦੇ ਵਿੱਚ ਹੀ ਹੈ, ਕੋਈ ਉਹਦਾ ਕੋਸਟ ਨਹੀਂ, ਮੁੱਲ ਨਹੀਂ। ਪਰ ਉਸ ਜੋ ਸਿੰਘ ਲੈ ਕੇ ਜਾਇਆ ਆਪਣੇ ਪਿੰਡ ਦੇ ਵਿੱਚ, ਉਹਦੀ ਇਹ ਡਿਊਟੀ ਹੋਵੇਗੀ ਪੱਕੀ ਕਿ ਉਹ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਰਹਿਰਾਸ ਸਾਹਿਬ ਤੋਂ 1 ਘੰਟਾ ਪਹਿਲਾਂ ਸਪੀਕਰ ਔਨ ਕਰਕੇ ਮਾਈਕ ਦੇ ਅੱਗੇ 1 ਘੰਟਾ ਕਥਾ ਲਾਵੇ, ਆਪ ਸੁਣੇ, ਹੋਰ ਜਿਹੜੀ ਸੰਗਤ ਆਵੇ ਹੌਲੀ ਹੌਲੀ ਆਉਣ ਲੱਗ ਪੈਂਦੀ ਹੈ, ਔਰ ਗੁਰੂ ਘਰ ਦੇ ਵਿੱਚ ਕਥਾ ਸ਼ੁਰੂ ਹੋਵੇ। ਕਿਉਂਕਿ ਦੂਰ ਦੂਰ ਪਿੰਡਾਂ ਦੇ ਵਿੱਚ ਕਥਾ ਦਾ ਕਿਤੇ ਨਾਮ ਮਾਤਰ ਹੀ ਕਿਤੇ ਕੋਈ ਸਿੰਘ ਹੈ ਜੋ ਕਥਾਵਾਚਕ ਕਥਾ ਕਰਦੇ, ਨਹੀਂ ਤਾਂ ਕਥਾਵਾਚਕ ਨਹੀਂ ਹਨ। ਇਸ ਕਰਕੇ ਪਿੰਡਾਂ ਦੇ ਲਾਭ ਵਾਸਤੇ, ਦੂਰ ਦਰਾਜ ਦੇ ਪਿੰਡਾਂ ਵਾਸਤੇ ਅਸੀਂ ਆਪ ਵੀ ਯਤਨ ਕਰਾਂਗੇ, ਜਾ ਕੇ ਵੀ ਭਾਵੇਂ ਪਿੰਡਾਂ ਵਿੱਚ ਉਹ ਜਿਹੜੇ ਰੇਡੀਓ ਨੇ ਦਿੱਤੇ ਜਾਣ, ਔਰ ਉਹਦੀ ਕੋਈ ਮਾਇਆ ਨਹੀਂ ਲਈ ਜਾਏਗੀ। ਉਹ ਸੰਗਤ ਦੀ ਮਾਇਆ ਵੱਲੋਂ, ਸੰਗਤ ਦੀ ਜਿਹੜੀ ਮਾਇਆ ਹੁੰਦੀ ਹੈ ਉਹਦੇ ਵਿੱਚ ਹੀ ਉਹ ਪਿੰਡਾਂ ਵਿੱਚ ਵੰਡ ਕੇ, ਉੱਥੇ ਇੱਕ ਕੋਈ ਸਿੰਘ ਹੋਵੇ, 2 ਸਿੰਘ ਹੋਣ, ਉਹਨਾਂ ਦੀ ਡਿਊਟੀ ਲਾ ਦਿਆਂਗੇ। ਉਹ ਗੁਰੂ ਘਰ ਵਿੱਚ ਜਦੋਂ ਸਪੀਕਰ ਵਿੱਚ ਕਥਾ ਚੱਲੇਗੀ ਤਾਂ ਉਹ ਕਿਸੇ ਨਾ ਕਿਸੇ ਦੇ ਕੰਨਾਂ ਵਿੱਚ ਪਏਗੀ, ਉਹ ਗੁਰੂ ਦੇ ਨੇੜੇ ਆਵੇਗਾ। ਮਕਸਦ ਸਾਡਾ ਇਹ ਹੋਣਾ ਬੜਾ ਜ਼ਰੂਰੀ ਹੈ। ਗੁਰੂ ਸਾਹਿਬ ਦਾ ਹੁਕਮ ਹੈ ਕਿ ਸਤਿਗੁਰੂ ਜੀ ਬੜੇ ਵੱਡੇ ਹਨ, ਗੁਰੂ ਰਾਮਦਾਸ ਮਹਾਰਾਜ ਜੀ, ਪਰ ਐਡੇ ਵੱਡੇ ਸਤਿਗੁਰੂ ਜੀ ਕਹਿੰਦੇ ਹਨ, ਮੈਂ ਉਸ ਸਿੱਖ ਦੇ ਚਰਨਾਂ ਦੀ ਧੂੜ ਮੈਨੂੰ ਚਾਹੀਦੀ ਹੈ ਜਿਹੜਾ ਆਪ ਵੀ ਜਪਦਾ ਔਰ ਦੂਜਿਆਂ ਨੂੰ ਵੀ ਜਪਾਉਂਦਾ ਹੈ। ਸੋ ਇਹ ਖੁਸ਼ੀ ਗੁਰੂ ਸਾਹਿਬ ਦੀ ਲੈਣ ਵਾਸਤੇ, ਦਸਮ ਪਾਤਸ਼ਾਹ ਦੀ ਖੁਸ਼ੀ ਲੈਣ ਪ੍ਰਾਪਤ ਕਰਨ ਵਾਸਤੇ, ਇਹ ਵੀ ਤੁਸੀਂ ਉਪਰਾਲਾ ਜੇ ਆਪਣੇ ਪਿੰਡ ਦੇ ਵਿੱਚ ਕਿਤੇ ਗੁਰੂ ਘਰ ਦੇ ਵਿੱਚ ਉਹ ਲਾਉਣਾ ਚਾਹੁੰਦੇ ਹੋ, ਤਾਂ ਤੁਸੀਂ ਨੰਬਰ 'ਤੇ ਫੋਨ ਕਰ ਸਕਦੇ ਹੋ, ਜੋ ਨੰਬਰ ਥੱਲੇ ਦਿੱਤਾ ਹੋਇਆ ਭਾਈ ਮਨਪ੍ਰੀਤ ਸਿੰਘ ਦਾ, ਉਹਨਾਂ ਕੋਲ ਸਾਰਾ ਪ੍ਰਬੰਧ ਹੈ। ਤਾਂ ਉਹ ਤੁਹਾਨੂੰ ਤੁਹਾਡੇ ਐਡਰੈਸ 'ਤੇ ਭੇਜ ਦੇਣਗੇ, ਸਾਰਾ ਕੁਝ ਸਮਝਾ ਦੇਣਗੇ, ਹੋਰ ਜੇ ਕੋਈ ਸਮਝਣਾ ਚਾਹੁੰਦੇ ਹੋ। ਸੋ ਇਹ ਗੱਲਾਂ ਸਨ ਕੁਝ। ਅਤੇ ਜਿਹੜੇ ਸਿੰਘ ਬਾਣੀ ਪੜ੍ਹਦੇ ਨੇ ਚੜ੍ਹਦੀ ਕਲਾ ਲਈ, ਪੰਥ ਦੀ ਚੜ੍ਹਦੀ ਕਲਾ ਲਈ, ਆਪਣੇ ਸਾਹਿਬਜ਼ਾਦੇ ਸੇਵਾ ਦਲ ਦੇ ਪ੍ਰਚਾਰ ਦੀ, ਜਿਹੜੀ ਗੁਰੂ ਸਾਹਿਬ ਦੀ ਜਿਹੜਾ ਗਿਆਨ ਹੈ ਉਹਦੀ ਪ੍ਰਚਾਰ ਦੀ ਚੜ੍ਹਦੀ ਕਲਾ ਵਾਸਤੇ, ਉਹਨਾਂ ਦਾ ਧੰਨਵਾਦ ਹੈ। ਸੋ ਆਪੋ ਆਪਣੇ ਥਾਂ 'ਤੇ 13 ਤਰੀਕ ਨੂੰ ਜ਼ਰੂਰ, ਭਾਵੇਂ 5 ਮਿੰਟ ਹੀ ਸਿਮਰਨ ਕਰੋ, ਭਾਵੇਂ 15 ਮਿੰਟ ਕਰੋ, ਇੱਕ ਵਾਰੀ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਰਨਾਂ 'ਚ ਬੇਨਤੀ ਕਰਿਆ ਕਰੋ ਚੜ੍ਹਦੀ ਕਲਾ ਦੀ। ਔਰ ਇਹ ਜਿਹੜੀ ਸੇਵਾ ਹੈ ਜੋ ਆਪ ਦਾਸ ਨੂੰ ਸੰਗਤ ਨੇ ਬਖਸ਼ੀ ਹੈ, ਗੁਰੂ ਸਾਹਿਬ ਨੇ ਬਖਸ਼ੀ ਹੈ, ਇਹਦੇ ਵਾਸਤੇ ਅਰਦਾਸ ਵੀ ਕਰਿਆ ਕਰੋ ਵੀ ਚੜ੍ਹਦੀ ਕਲਾ ਦੇ ਵਿੱਚ ਗੁਰਮਤਿ ਅਨੁਸਾਰ, ਗੁਰੂ ਕੀ ਮੱਤ ਦੇ ਅਨੁਸਾਰ ਹੋਵੇ। ਸੋ ਮੁੱਖ ਮੰਤਵ ਤਾਂ ਗੁਰੂ ਸਾਹਿਬ ਦਾ ਜਿਹੜਾ ਗੁਰਬਾਣੀ ਵਿੱਚ ਆਪਾਂ 2-4 ਮਿੰਟ ਹੋਰ ਵਿਚਾਰ ਕਰਕੇ ਸਮਾਪਤੀ ਕਰਾਂਗੇ, ਉਹ 2 ਪ੍ਰਕਾਰ ਦਾ ਹੀ ਹੈ। ਇੱਕ ਹੈ ਨਿੱਜ, ਆਪਣੇ ਆਪ ਦੇ ਨਾਲ ਸਾਡਾ ਕੀ ਕੰਮ ਹੈ, ਅਸੀਂ ਆਪਣੇ ਆਪ ਵਾਸਤੇ ਕੀ ਕਰਨਾ, ਅਤੇ ਇੱਕ ਅਸੀਂ ਬਾਹਰ ਦੂਜਿਆਂ ਵਾਸਤੇ ਕੀ ਕਰਨਾ। 2 ਹੀ ਕੰਮ ਹਨ ਗੁਰਮਤਿ ਦੇ। ਅਸੀਂ ਆਪਣੇ ਵਾਸਤੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਹੈ
ਕਿ ਸਾਡੇ ਕੰਮ ਆਉਣ ਵਾਲੀ ਕਿਹੜੀ ਚੀਜ਼ ਹੈ ਲੰਬੇ ਸਮੇਂ ਤੱਕ ਜਾਂ ਸਮੇਂ ਤੋਂ ਵੀ ਪਾਰ। ਜਿਹੜੀਆਂ ਚੀਜ਼ਾਂ ਵਾਸਤੇ ਅਸੀਂ ਇੰਨਾ ਆਪਣੀ ਐਨਰਜੀ ਲਾ ਰਹੇ ਹਾਂ ਸੰਸਾਰ ਦੇ ਵਿੱਚ ਕਿ ਆਪਣੀ ਜ਼ਿੰਦਗੀ ਦੇ 50-50 70-70 90-90 ਸਾਲ 24 ਘੰਟੇ ਅਸੀਂ ਸੰਸਾਰ ਪਰਿਵਾਰ ਸਿਸਟਮ ਲਈ ਲਾ ਰਹੇ ਹਾਂ। ਇਹ ਸਾਨੂੰ ਗੁਰਬਾਣੀ ਇਹ ਸੋਚਣ ਵਾਸਤੇ ਕਹਿੰਦੀ ਹੈ ਕਿ ਇਹ ਇੱਕ ਤੇਰੀ ਡਿਊਟੀ ਸੀ ਕਿ ਤੂੰ ਇੱਥੇ ਰਹਿਣਾ ਹੈ ਔਰ ਕਾਰੋਬਾਰ ਕਰਨਾ ਹੈ ਔਰ ਪਰਿਵਾਰ ਲਈ ਕੰਮ ਕਰਨਾ ਹੈ, ਆਪਣੀ ਡਿਊਟੀ ਨਿਭਾਉਣੀ ਸੀ, ਪਰ ਨਾਲ ਨਾਲ ਤੂੰ ਆਪਣੇ ਵਾਸਤੇ ਵੀ ਕੁਝ ਕਰਨਾ ਸੀ। ਅਸੀਂ ਸੋਚਦੇ ਹਾਂ ਆਪਣੇ ਵਾਸਤੇ ਤਾਂ ਕਰ ਰਹੇ ਹਾਂ, ਆਪਣੇ ਘਰ ਵਾਸਤੇ ਕਰ ਰਹੇ ਹਾਂ, ਪਰ ਮਹਾਰਾਜ ਕਹਿੰਦੇ ਇਹ ਅਗਿਆਨ ਕਰਕੇ ਹਨੇਰੇ ਕਰਕੇ ਤੈਨੂੰ ਲੱਗਦਾ। ਤੂੰ ਇਹ ਦੱਸ ਬਈ ਇਹ ਘਰ ਤੇਰਾ ਹੈ ਜਾਂ ਇਹ ਸਰੀਰ ਤੇਰਾ ਹੈ। ਜਦੋਂ ਇਹ ਸਰੀਰ ਹੀ ਤੇਰਾ ਨਹੀਂ ਤੇ ਇਹਦੇ ਵਾਸਤੇ ਜੋ ਕੁਝ ਤੂੰ ਕਰਨਾ ਹੈ ਉਹ ਤੇਰਾ ਕਿੱਥੋਂ ਹੋ ਗਿਆ। ਨਾ ਆਪਾਂ ਸਰੀਰ ਹਾਂ, ਨਾ ਆਪਾਂ ਪਰਿਵਾਰ ਹਾਂ, ਨਾ ਆਪਾਂ ਘਰ ਹਾਂ, ਨਾ ਆਪਾਂ ਸੰਸਾਰ ਹਾਂ, ਆਪਾਂ ਹਾਂ ਆਤਮ ਸਰੂਪ। ਸਾਡੇ ਅੰਦਰ ਜਿਹੜਾ ਸਾਡਾ ਆਪਣਾ ਆਪਾ ਹੈ ਉਹਦੀ ਜਿਹੜੀ ਜਾਇਦਾਦ ਹੈ, ਸੱਚਾ ਨਾਮ ਦਾ ਧਨ ਹੈ ਜਿਹੜਾ, ਉਹਦੀ ਪ੍ਰਾਪਤੀ ਕਰਨੀ, ਉਹ ਸਿਮਰਨ ਕਰਨਾ ਸਭ ਤੋਂ ਜ਼ਰੂਰੀ ਹੈ। ਇਹਦੇ ਵਾਸਤੇ ਨਿਤਨੇਮ ਪਰਪੱਕ ਕਰਨਾ ਹੈ। ਨਿਤਨੇਮ ਇੱਕ ਬੜੀ ਵੱਡੀ ਚੀਜ਼ ਹੈ ਜੋ ਨਿਤਨੇਮ ਹਰ ਰੋਜ਼ ਅਸੀਂ ਟਾਈਮ ਨਾਲ ਕੱਢਦੇ ਹਾਂ। ਤਾਂ ਨਿਤਨੇਮ ਦਾ ਮਤਲਬ ਹੁੰਦਾ ਵੀ ਫਿਰ ਉਹਦੇ ਵਿੱਚ ਆਪਾਂ ਮਨ ਬਹਾਨੇ ਨਹੀਂ ਕਰਦਾ। ਕਈ ਵਾਰੀ ਆਪਾਂ ਕਹਿੰਦੇ ਆਪਾਂ ਤਾਂ ਖੁੱਲ੍ਹਾ ਕਰਨੇ ਆ, ਕੋਈ ਗੱਲ ਨਹੀਂ, ਖੁੱਲ੍ਹਾ ਸਧਾਰਨ ਠੀਕ ਹੈ, ਖੁੱਲ੍ਹੇ ਵਿੱਚ ਮਨ ਕਾਬੂ ਨਹੀਂ ਆਉਂਦਾ। ਇਹਨੂੰ ਨਿਤਨੇਮ ਦੇ ਵਿੱਚ ਪਾਉਣਾ ਹੀ ਪਵੇਗਾ ਤਾਂ ਇਹ ਅੱਗੇ ਵਧੇਗਾ। ਸੋ ਪਹਿਲਾ ਕਾਰਜ ਹੈ ਆਪਣੇ ਵਾਸਤੇ ਜੋ ਨਿਤਨੇਮ ਹੈ, ਗੁਰੂ ਸਾਹਿਬ ਨੇ 5 ਪਿਆਰਿਆਂ ਨੇ ਸਾਨੂੰ ਦਿੱਤਾ ਹੈ, ਉਹਦਾ ਅਭਿਆਸ ਕਰਨਾ। ਉਹ ਅਭਿਆਸ ਤੁਸੀਂ ਇਹਦੇ ਵਿੱਚ ਵੀ ਵੇਖ ਸਕਦੇ ਹੋ, ਉਹ ਸਾਰਾ ਗੁਰੂ ਸਾਹਿਬ ਦਾ ਹੀ ਗੁਰਮਤਿ ਅਨੁਸਾਰ ਹੀ ਬਣਾਇਆ ਹੋਇਆ। ਤਾਂ ਦੂਜਾ ਹੈ ਫਿਰ ਦੂਜਿਆਂ ਵਾਸਤੇ ਕਰਨਾ, ਉਹ ਜਿਹੜਾ ਤੁਹਾਨੂੰ ਦੱਸ ਦਿੱਤਾ ਕਿ ਪ੍ਰਚਾਰ ਕਰਨ ਲਈ ਫਿਰ ਉਸ ਚੀਜ਼ ਨੂੰ ਜੋ ਤੁਸੀਂ ਪਹਿਲਾਂ ਪ੍ਰੈਕਟੀਕਲ ਕਰੋਗੇ, ਪਹਿਲਾਂ ਆਪ ਕਮਾਓ, ਆਪ ਕਮਾਈ ਕਰਕੇ ਫਿਰ ਥੋੜ੍ਹਾ ਥੋੜ੍ਹਾ ਆਪਾਂ ਕਿਸੇ 'ਤੇ ਦਬਾਅ ਨਹੀਂ ਬਣਾਉਣਾ, ਪ੍ਰੈਸ਼ਰ ਨਹੀਂ ਬਣਾਉਣਾ। ਆਪਾਂ ਗੁਰੂ ਦਾ, ਜਿਵੇਂ ਕੋਈ ਸਰਕਾਰ ਵੱਲੋਂ ਆਦੇਸ਼ ਜਾਰੀ ਹੁੰਦਾ ਤਾਂ ਜਿਹੜਾ ਅਨਾਊਂਸ ਕਰਨ ਵਾਲਾ ਉਹਨੂੰ ਸਿਰਫ ਅਨਾਊਂਸ ਕਰਦਾ ਹੈ। ਕੌਣ ਮੰਨਦਾ ਕੌਣ ਨਹੀਂ ਮੰਨਦਾ ਉਹਦੀ ਕੋਈ ਸਿਰਦਰਦੀ ਨਹੀਂ ਹੁੰਦੀ। ਜੇ ਇਹਦੀ ਸਿਰਦਰਦੀ ਲਏਗਾ ਤਾਂ ਫਿਰ ਉਹ ਤੰਗ ਹੋਵੇਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਆਪਾਂ ਪ੍ਰਚਾਰ ਕਿਵੇਂ ਕਰੀਏ ਕਿਉਂਕਿ ਸਾਡੇ ਕੋਲ ਤਾਂ ਹੈ ਕੁਝ ਨਹੀਂ। ਉਹ ਅਸੀਂ ਤਾਂ ਕਹਿੰਦੇ ਹਾਂ ਕਿ ਜਦੋਂ ਅਸੀਂ ਕੁਝ ਬਣਨਾ ਚਾਹੁੰਦੇ ਹਾਂ, ਇੱਕ ਤਰ੍ਹਾਂ ਨਾਲ ਲੁਕਵੇਂ ਤੌਰ 'ਤੇ ਮਨ ਇੱਕ ਆਪਣਾ ਥਾਂ ਬਣਾਉਣੀ ਚਾਹੁੰਦਾ ਹੈ। ਇਹ ਮਾਇਆ ਹੈ ਕਿ ਮੈਂ ਕੁਝ ਕਰਕੇ ਵਿਖਾਵਾਂ, ਪਤਾ ਲੱਗ ਜਾਏ ਦੁਨੀਆ ਦੇ ਵਿੱਚ ਕਿ ਫਲਾਣੇ ਬੰਦੇ ਨੇ ਇੰਨੇ ਲੋਕ ਜਿਹੜੇ ਸੀ ਉਹ ਇਸ ਰਾਹ 'ਤੇ ਪਾ ਦਿੱਤੇ, ਗੁਰਬਾਣੀ ਨਾਲ ਜੋੜ ਦਿੱਤੇ ਹਨ। ਕੰਮ ਤਾਂ ਚੰਗਾ ਗੁਰਬਾਣੀ ਨਾਲ ਜੋੜਨਾ, ਪਰ ਇਹ ਗੱਲ ਵਿੱਚ ਆਉਣੀ ਕਿ ਇਸ ਬੰਦੇ ਨੇ ਮੈਂ ਇੰਨੇ ਬੰਦੇ ਜੋੜ ਦਿੱਤੇ, ਇਹ ਮਾਇਆ ਹੈ। ਇਹਦੇ ਤੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਬਚਣ ਵਾਸਤੇ। ਆਪਾਂ ਤਾਂ ਉਹਦੇ ਇੱਕ ਕਹਿ ਲਓ ਵੀ ਮੁਲਾਜ਼ਮ ਹਾਂ, ਕਰਮਚਾਰੀ ਹਾਂ। ਜੋ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਉਹਨੂੰ ਆਪ ਵੀ ਕਮਾਉਣ ਦੀ ਕੋਸ਼ਿਸ਼ ਕਰਨੀ ਔਰ ਯਥਾਯੋਗ ਜ਼ੋਰ ਨਹੀਂ ਲਾਉਣਾ। ਜ਼ੋਰ ਲਾਉਣਾ ਕਿਸੇ ਟਾਈਮ 'ਤੇ ਜਾ ਕੇ, ਜੇ ਜ਼ੋਰ ਲਾਉਣ ਵਾਲੀ ਟਾਈਮ ਆ ਗਿਆ ਆਪੇ ਪਤਾ ਲੱਗ ਜਾਣਾ, ਫਿਰ ਪਿੱਛੋਂ ਹੀ ਆਰਡਰ ਹੋਏਗਾ ਵੀ ਜ਼ੋਰ ਲਾ ਦੇ ਹੁਣ। ਉਹ ਫਿਰ ਕਿਤੇ ਕਿਤੇ ਆਉਂਦੀ ਗੱਲ। ਮੇਰਾ ਮਤਲਬ ਵੀ ਉਹਦੇ ਤੋਂ ਪਹਿਲਾਂ ਜ਼ੋਰ ਦਾ ਇੱਥੇ ਮਤਲਬ ਕਰਨਾ ਤਾਂ ਹਿੰਮਤ ਨਾਲ ਹੈ, ਪਰ ਹੰਕਾਰ ਨਾਲ ਨਹੀਂ ਕਰਨਾ। ਇਹ ਖਿਆਲ ਰੱਖਣਾ ਹੈ ਕਿ ਮੈਂ ਕੁਝ ਬਦਲ ਕੇ ਵਿਖਾ ਦੇਣਾ, ਮੈਂ ਕੁਝ ਕਰਕੇ ਵਿਖਾ ਦੇਣਾ। ਕਿਉਂਕਿ ਫਿਰ ਜੇ ਦੋ ਗੱਲਾਂ ਆ ਜਾਂਦੀਆਂ, ਜੇ ਤਾਂ ਸਾਡੇ ਆਖੇ ਕੋਈ ਲੱਗ ਕੇ ਗੁਰੂ ਨਾਲ ਜੁੜ ਜਾਏ ਤਾਂ ਸਾਨੂੰ ਹਉਮੈ ਵੀ ਆ ਸਕਦੀ, ਜੇ ਨਾ ਜੁੜੇ ਅਤੇ ਆਪਾਂ ਫਿਰ ਹੀਣ ਭਾਵਨਾ ਵਿੱਚ ਵੀ ਚਲੇ ਜਾਂਦੇ ਹਾਂ ਵੀ ਕੋਈ ਆਖੇ ਤਾਂ ਲੱਗਦਾ ਨਹੀਂ ਜੀ, ਕੋਈ ਕਰਦਾ ਤਾਂ ਹੈ ਹੀ ਨਹੀਂ ਜੀ, ਪਿੰਡਾਂ ਵਿੱਚ ਤਾਂ ਸੁਣਦਾ ਹੀ ਕੋਈ ਨਹੀਂ, ਲੋਕ ਤਾਂ ਮਨਮੁਖ ਨੇ ਸਾਰੇ, ਕੋਈ ਨਹੀਂ ਸੁਣਦਾ। ਇਸ ਚੀਜ਼ ਵੱਲੋਂ ਆਪਾਂ ਨਹੀਂ ਵੇਖਣਾ, ਕੋਈ ਸੁਣੇ ਨਾ ਸੁਣੇ। ਹਾਂ, ਆਪਾਂ ਤਰਤੀਬ ਤਰੀਕਾ ਜੁਗਤ ਉਹ ਬਿਲਕੁਲ ਸਹੀ ਵਰਤਣੀ ਆ, ਤਰੀਕੇ ਨਾਲ ਚੱਲਣਾ ਆਪਾਂ, ਔਰ ਧਿਆਨ ਰੱਖਣਾ ਵੀ ਗੁਰੂ ਦੇ ਮਾਰਗ ਤੋਂ ਆਸੇ ਪਾਸੇ ਨਾ ਜਾਈਏ।
ਸੋ ਇਹ ਸਾਡੇ ਜਿਹੜੇ ਮਹਾਰਾਜ ਨੇ ਸਾਨੂੰ ਹੁਕਮ ਦਿੱਤਾ ਹੈ, ਉਹਨੂੰ ਕਮਾ ਕੇ ਆਪਣਾ ਜੀਵਨ ਨੂੰ ਸਫਲ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਜੁੜੇ ਰਹੀਏ ਗੁਰੂ ਚਰਨਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।